ਆਪ ਸਭ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਾ ਸਾਡੇ ਚੈਨਲ ਵਿੱਚ ਸਵਾਗਤ ਹੈ ਜੀ। ਅੱਜ ਆਪਾਂ ਦੂਸਰੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਦੋਸਤੋ, ਕਹਾਣੀਆਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਕਹਾਣੀਆਂ ਸਾਡੇ ਲਈ ਬੜੀ ਸਿੱਖਿਆਦਾਇਕ ਹੁੰਦੀਆਂ ਨੇ। ਕਈ ਕਹਾਣੀਆਂ ਤਾਂ ਇੰਨੀਆਂ ਗਹਿਰੀਆਂ ਹੁੰਦੀਆਂ ਨੇ ਕਿ ਉਹ ਅਲੱਗ-ਅਲੱਗ ਤਰੀਕਿਆਂ ਨਾਲ ਸਾਰੀ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਵੱਖ-ਵੱਖ ਨਾਮਾਂ ਨਾਲ ਸੁਣਾਈਆਂ ਜਾਂਦੀਆਂ ਨੇ ਤੇ ਸੁਣੀਆਂ ਜਾਂਦੀਆਂ ਨੇ। ਕਹਾਣੀ ਦਾ ਅਸਲ ਵਿੱਚ ਮਤਲਬ ਕੀ ਹੁੰਦਾ ਹੈ? ਕਹਾਣੀ ਦਾ ਮਤਲਬ ਹੁੰਦਾ ਹੈ ਕਹਾ ਨਹੀਂ, ਕਿ ਉਹ ਕਿਸੇ ਨੇ ਕਹੀ ਨਹੀਂ ਹੈ, ਪਰ ਉਹ ਗੱਲ ਸਾਡੇ ਜੀਵਨ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ। ਸਾਡੀ ਜ਼ਿੰਦਗੀ ਦੇ ਨਾਲ ਉਹ ਇੰਨੀ ਰਿਲੇਟਡ ਹੁੰਦੀ ਹੈ ਕਿ ਉਹਦਾ ਸਾਡੇ ਤੇ ਬੜਾ ਗਹਿਰਾ ਅਸਰ ਹੁੰਦਾ ਹੈ। ਅੱਜ ਆਪਾਂ ਅਜਿਹੀ ਹੀ ਇੱਕ ਕਹਾਣੀ ਤੇ ਵਿਚਾਰ ਕਰਾਂਗੇ। ਉਹ ਕਹਾਣੀ ਦਾ ਨਾਂ ਹੈ ਅਲਾਦੀਨ ਦਾ ਚਿਰਾਗ। ਉਹ ਆਪ ਸਭ ਨੇ ਪੜ੍ਹੀ ਹੋਣੀ ਹੈ ਜਾਂ ਸੁਣੀ ਹੋਣੀ ਹੈ। ਇਸ ਤਰ੍ਹਾਂ ਦੀਆਂ ਕਹਾਣੀਆਂ ਬੱਚਿਆਂ ਨੂੰ ਬੜੀਆਂ ਪਸੰਦ ਆਉਂਦੀਆਂ ਨੇ। ਜਿਨ੍ਹਾਂ ਵਿੱਚ ਜਿੰਨ, ਭੂਤ, ਪ੍ਰੇਤ ਦੀ ਗੱਲ ਕਰੀ ਜਾਵੇ, ਉਹ ਬੜੇ ਚਾਅ ਨਾਲ ਸੁਣਦੇ ਨੇ ਤੇ ਅਸੀਂ ਵੀ ਸੁਣਾਉਂਦੇ ਹਾਂ। ਪਰ ਅਸੀਂ ਇੱਥੇ ਤੱਕ ਕਿ ਉਹਨਾਂ ਵਿੱਚ ਸੰਬੰਧਿਤ ਹੁੰਦੇ ਹਾਂ ਕਿ ਅਸੀਂ ਉਹ ਕਹਾਣੀ ਸੁਣਾਉਂਦੇ ਸੌਂ ਜਾਂਦੇ ਹਾਂ ਤੇ ਬੱਚੇ ਇਹਨਾਂ ਕਹਾਣੀਆਂ ਨੂੰ ਸੁਣਦੇ ਸੌਂ ਜਾਂਦੇ ਨੇ। ਇੱਕ ਮਨੋਰੰਜਨ ਦਾ ਸਾਧਨ ਹੁੰਦਾ ਹੈ। ਪਰ ਜਦੋਂ ਅਸੀਂ ਇਹਦੇ 'ਤੇ ਥੋੜ੍ਹਾ ਜਿਹਾ ਵਿਚਾਰ ਕਰ ਲਈਏ ਤਾਂ ਇਹਦੇ ਵਿੱਚੋਂ ਬਹੁਤ ਹੀ ਗੱਲਾਂ ਸਾਡੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਵਾਲੀਆਂ, ਜ਼ਿੰਦਗੀ ਨੂੰ ਸੋਹਣਾ ਬਣਾਉਣ ਵਾਲੀਆਂ, ਖੁਸ਼ੀਆਂ ਲੈਣ ਵਾਲੀਆਂ ਸਾਹਮਣੇ ਆਉਂਦੀਆਂ ਨੇ। ਸੋ ਇਹ ਜੋ ਕਹਾਣੀ ਹੈ, ਇਹਦੇ ਵਿੱਚ ਇੱਕ ਅਲਾਦੀਨ ਨਾਂ ਦਾ ਬੰਦਾ ਹੈ। ਉਹਦੇ ਕੋਲ ਇੱਕ ਚਿਰਾਗ ਹੈ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜਦੋਂ ਉਹ ਚਿਰਾਗ ਨੂੰ ਰਗੜਦਾ ਹੈ, ਹੱਥ ਫੇਰਦਾ ਹੈ, ਸਫਾਈ ਕਰਦਾ ਉਹਦੀ, ਤਾਂ ਜਿੰਨ ਪ੍ਰਗਟ ਹੁੰਦਾ। ਜਿੰਨ ਪ੍ਰਗਟ ਹੋ ਕੇ ਕੀ ਕਹਿੰਦਾ ਹੈ ਕਿ ਕੀ ਹੁਕਮ ਹੈ ਮੇਰੇ ਆਕਾ। ਉਹ ਉਹਦਾ ਹੁਕਮ ਪੁੱਛਦਾ ਹੈ ਕਿ ਤੇਰੀ ਇੱਛਾ ਕੀ ਹੈ। ਤੇ ਉਸ ਤੋਂ ਬਾਅਦ ਫਿਰ ਤੁਸੀਂ ਜਾਣਦੇ ਹੀ ਹੋ ਕਿ ਅਲਾਦੀਨ ਕਹਿੰਦਾ ਹੈ ਕਿ ਮੈਨੂੰ ਭੁੱਖ ਲੱਗੀ ਹੈ, ਰੋਟੀ ਖਾਣੀ ਹੈ। ਤਾਂ ਉਸ ਤਰ੍ਹਾਂ ਦਾ ਹੀ ਉਹ ਪ੍ਰਸ਼ਾਦਾ ਥਾਲ ਲਾ ਕੇ ਵਧੀਆ ਤਰੀਕੇ ਨਾਲ ਉਹਦੇ ਸਾਹਮਣੇ ਪੇਸ਼ ਕਰਦਾ। ਤੇ ਉਸ ਤੋਂ ਬਾਅਦ ਉਹ ਪੈਸੇ ਮੰਗਦਾ ਕਿ ਪੈਸੇ ਚਾਹੀਦੇ ਨੇ, ਉਹਨੂੰ ਪੈਸੇ ਦਿੱਤੇ ਜਾਂਦੇ ਨੇ। ਇੱਥੋਂ ਤੱਕ ਕਿ ਉਹਦੇ ਮੰਗਣ ਦੀ ਗੱਲ ਨਹੀਂ ਹੈ, ਉਹ ਵਿਚਾਰ ਵੀ ਕਿਸੇ ਚੀਜ਼ ਦਾ ਮਨ ਵਿੱਚ ਕਰਦਾ ਹੈ ਕਿ ਮੈਨੂੰ ਹੁਣ ਭੁੱਖ ਲੱਗੀ ਆ, ਖਾਣਾ ਮਿਲਣਾ ਚਾਹੀਦਾ ਹੈ। ਉਹ ਉਸੇ ਵੇਲੇ ਹਾਜ਼ਰ ਕਰ ਦਿੰਦਾ ਹੈ, ਕਿਉਂਕਿ ਜਿੰਨ ਤਾਂ ਉਹਦੇ ਕੋਲੇ ਹਰ ਵੇਲੇ ਹੈ, ਉਹਦੇ ਕੋਲੇ ਹਰ ਵੇਲੇ ਜਿੰਨ ਹੈ। ਲੇਕਿਨ ਇਹਦੇ ਵਿੱਚ ਅਲੱਗ ਗੱਲ ਕੀ ਹੈ, ਇਹ ਸੋਚਣ ਵਾਲੀ ਗੱਲ ਹੈ ਕਿ ਇਹ ਜਿੰਨ ਉਹਨੂੰ ਕੋਈ ਵੀ ਪ੍ਰਸ਼ਨ ਨਹੀਂ ਕਰਦਾ ਹੈ, ਕੋਈ ਸਵਾਲ ਨਹੀਂ ਕਰਦਾ ਮੂਹਰਿਓਂ। ਹੁਣ ਉਹ ਪ੍ਰਸ਼ਾਦਾ ਮੰਗਦਾ ਹੈ, ਰੋਟੀ ਮੰਗਦਾ ਹੈ। ਜਿੰਨ ਉਹਨੂੰ ਇਹ ਨਹੀਂ ਕਹਿੰਦਾ ਕਿ ਤੂੰ ਇਹ ਨੂਣ ਮਿਰਚ ਵਾਲੀਆਂ ਚੀਜ਼ਾਂ ਕਿਉਂ ਖਾਂਦਾ, ਤੂੰ ਮੇਰੇ ਤੋਂ ਜਲੇਬੀਆਂ ਖਾ, ਤੂੰ ਗੁਲਾਬ ਜਾਮਣਾ ਖਾ, ਤੈਨੂੰ ਰਸਗੁੱਲੇ ਲਿਆ ਕੇ ਦਿੰਦਾ, ਕਿਉਂਕਿ ਉਹਦੇ ਕੋਲ ਤਾਂ ਸਭ ਕੁਛ ਹੈ। ਉਹ ਪੈਸੇ ਮੰਗਦਾ ਤਾਂ ਉਹਨੂੰ ਇਹ ਨਹੀਂ ਕਹਿੰਦਾ ਕਿ ਤੂੰ ਪੈਸੇ ਕਿਉਂ ਮੰਗਦਾ, ਤੂੰ ਸੋਨਾ ਚਾਂਦੀ ਮੰਗ, ਤੂੰ ਹੀਰੇ ਜਵਾਹਰਾਤ ਲੈ, ਮੇਰੇ ਕੋਲ ਸਭ ਕੁਛ ਹੈ। ਉਹ ਕੁਛ ਨਹੀਂ ਕਹਿੰਦਾ। ਉਹ ਤੋਂ ਜਿਹੜੀ ਚੀਜ਼ ਉਹ ਮੰਗਦਾ ਹੈ ਉਹ ਉਹੀ ਚੀਜ਼ ਉਹਨੂੰ ਲਿਆ ਕੇ ਦਿੰਦਾ ਹੈ। ਇੱਥੋਂ ਤੱਕ ਕਿ ਅਗਰ ਉਹ ਜ਼ਹਿਰ ਵੀ ਮੰਗੇ ਤਾਂ ਉਹ ਜ਼ਹਿਰ ਵੀ ਦੇਵੇਗਾ ਤੇ ਉਹਦੇ ਤੇ ਕੋਈ ਪ੍ਰਸ਼ਨ ਨਹੀਂ ਕਰੇਗਾ, ਉਹਨੂੰ ਸਮਝਾਵੇਗਾ ਨਹੀਂ ਕਿ ਇਹ ਜ਼ਹਿਰ ਤਾਂ ਬੜੀ ਖਤਰਨਾਕ ਹੈ। ਉਹ ਚਾਹੇ ਉਹਦੇ ਸਾਹਮਣੇ ਪੀ ਲਵੇ, ਉਹ ਨਹੀਂ ਰੋਕਦਾ ਕਿਸੇ ਵੀ ਗੱਲ ਤੋਂ। ਇਹ ਚੀਜ਼ ਤੋਂ ਸਾਨੂੰ ਸਮਝਣ ਵਾਲੀ ਗੱਲ ਹੈ। ਇਹ ਕਹਾਣੀ ਦੇ ਵਿੱਚ ਇੱਕ ਵੱਖਰੀ ਗੱਲ, ਵਿਚਾਰਨ ਵਾਲੀ ਗੱਲ ਹੈ, ਅਲੱਗ ਹੈ। ਇਹਦੀ ਖਾਸੀਅਤ ਹੈ ਇਹ ਕਿ ਉਹ ਜਿੰਨ ਇਹਨੂੰ ਕੁਛ ਵੀ ਨਹੀਂ ਕਹਿੰਦਾ, ਇਹਦੇ ਹਰ ਆਰਡਰ ਨੂੰ ਉਹ ਮੰਨਦਾ ਹੈ। ਹੁਣ ਇੱਥੇ ਅਸਲ ਵਿੱਚ ਹੈ ਕੀ ਦੋਸਤੋ, ਕਿ ਇਹ ਜਿੰਨ ਜੋ ਹੈ ਇਹ ਬ੍ਰਹਮੰਡ ਦਾ ਸੂਚਕ ਹੈ। ਇਸ ਤਰ੍ਹਾਂ ਦੀਆਂ ਕਹਾਣੀਆਂ ਸਾਡੀ ਜ਼ਿੰਦਗੀ ਵਿੱਚ ਬਹੁਤ ਆਉਂਦੀਆਂ ਨੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਕਿ ਪ੍ਰਤੀਕਾਤਮਕ ਹੁੰਦੀਆਂ ਨੇ। ਉਹਦੇ ਵਿੱਚ ਪ੍ਰਤੀਕਾਂ ਰਾਹੀਂ ਗੱਲ ਸਮਝਾਈ ਜਾਂਦੀ ਹੈ। ਇਹਦੇ ਵਿੱਚ ਬ੍ਰਹਮੰਡ ਨੂੰ ਜਿੰਨ ਦੇ ਰੂਪ ਵਿੱਚ ਦਿਖਾਇਆ ਗਿਆ, ਜਿਹੜਾ ਹਰ ਵੇਲੇ ਸਾਡੇ ਕੋਲੇ ਹੈ। ਅਗਰ ਅਸੀਂ ਉਹਨੂੰ ਮਹਿਸੂਸ ਕਰੀਏ ਤਾਂ ਸਭ ਕੁਝ ਹੈ। ਅਗਰ ਅਸੀਂ ਪ੍ਰਗਟ ਕਰਦੇ ਹਾਂ ਤਾਂ ਜਿੰਨ ਪ੍ਰਗਟ ਹੈਗਾ, ਨਹੀਂ ਤੇ ਨਹੀਂ ਹੈ। ਇਸੇ ਤਰ੍ਹਾਂ ਹੀ ਇਹ ਬ੍ਰਹਮੰਡ ਦੀ ਜੋ ਕਹਾਣੀ ਹੈ, ਇਹਦੇ ਵਿੱਚ ਜਿੰਨਾ ਵੀ ਸਾਨੂੰ ਜ਼ਰੂਰਤ ਹੈ ਜਿਹੜੀ ਚੀਜ਼ ਦੀ ਜ਼ਿੰਦਗੀ ਜਿਉਣ ਦੇ ਲਈ, ਉਹ ਸਾਰਾ ਕੁਝ ਹਾਜ਼ਰ ਹੈ ਕੁਦਰਤ ਦੇ ਵਿੱਚ। ਇਸੇ ਕਰਕੇ ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਸਮਝਾਇਆ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਕਹਿੰਦੇ ਬ੍ਰਹਮੰਡ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੇ, ਉਹ ਸਾਰੀਆਂ ਸਹੂਲਤਾਂ ਨੇ, ਉਹ ਸਾਰੀ ਸਾਡੀ ਜ਼ਰੂਰਤ ਦੀਆਂ ਚੀਜ਼ਾਂ ਹੈਗੀਆਂ ਨੇ, ਜਿਹੜੀਆਂ ਸਾਨੂੰ ਜੀਵਨ ਜਿਉਣ ਲਈ ਚਾਹੀਦੀਆਂ ਨੇ, ਜਿਹੜੀਆਂ ਸਾਨੂੰ ਵਰਤੋਂ ਵਿੱਚ ਲਿਆਉਣ ਲਈ, ਜਿਉਣ ਲਈ ਚਾਹੀਦੀਆਂ ਨੇ। ਉਹ ਸਾਰਾ ਕੁਝ ਇਹਦੇ ਵਿੱਚ ਹੈਗਾ। ਉਹ ਸਾਡੀ ਵੱਖਰੀ ਗੱਲ ਹੈ ਕਿ ਅਸੀਂ ਨਾ ਸਮਝੀਏ। ਚਿਰਾਗ ਵੀ ਇਸੇ ਲਈ ਕਿਹਾ ਗਿਆ ਵਿੱਚ। ਚਿਰਾਗ ਦਾ ਮਤਲਬ ਹੈ ਕਿ ਜਦੋਂ ਅਸੀਂ ਆਪਣੀ ਬੁੱਧੀ ਨੂੰ ਵਰਤਦੇ ਹਾਂ ਤਾਂ ਬ੍ਰਹਿਮੰਡ ਦੇ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ ਕਿ
ਬ੍ਰਹਿਮੰਡ ਵਿੱਚ ਕੀ ਹੈ, ਬੁੱਧੀ ਆਪਣੀ ਵਰਤਣੀ ਹੈ। ਤੇ ਉਹ ਜਿੰਨ ਸਾਨੂੰ ਉਹੀ ਕੁਝ ਦਿੰਦਾ ਜਿਹੜਾ ਅਸੀਂ ਮੰਗਦੇ ਹਾਂ। ਜਦੋਂ ਬ੍ਰਹਿਮੰਡ ਦਾ ਸੂਚਕ ਹੈ, ਇਹਦਾ ਮਤਲਬ ਸਾਫ਼ ਹੈ ਕਿ ਸਾਨੂੰ ਜਿਹੜੀ ਪ੍ਰਾਪਤੀ, ਜਿਹੜਾ ਕੁਝ ਜ਼ਿੰਦਗੀ ਵਿੱਚ ਹੋ ਰਿਹਾ ਹੈ, ਉਹ ਸਾਨੂੰ ਕੋਈ ਨਹੀਂ ਦੇ ਰਿਹਾ। ਕੁਦਰਤ ਆਪਣੇ ਵੱਲੋਂ ਨਹੀਂ ਦੇ ਰਹੀ, ਬਲਕਿ ਬ੍ਰਹਿਮੰਡ ਆਪਣੇ ਵੱਲੋਂ ਨਹੀਂ ਦੇ ਰਿਹਾ, ਬਲਕਿ ਉਹ ਚੀਜ਼ ਨੂੰ ਅਸੀਂ ਮੰਗਿਆ ਹੈ, ਉਹ ਚੀਜ਼ ਨੂੰ ਅਸੀਂ ਆਪਣੇ ਵੱਲ ਖਿੱਚਿਆ ਹੈ ਤਾਂ ਆਇਆ ਹੈ। ਤੇ ਇਸੇ ਕਰਕੇ ਅਗਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਦੁੱਖ ਨੇ, ਅਗਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਸੁੱਖ ਨੇ, ਤਾਂ ਉਹਨਾਂ ਦਾ ਜ਼ਿੰਮੇਵਾਰ ਕੋਈ ਕੁਦਰਤ ਨਹੀਂ ਹੈ, ਕੋਈ ਬਾਹਰਲੀ ਸ਼ਕਤੀ ਨਹੀਂ ਹੈ, ਬਲਕਿ ਉਹ ਚੀਜ਼ ਨੂੰ ਅਸੀਂ ਖੁਦ ਆਪਣੇ ਵੱਲ ਖਿੱਚਿਆ ਹੈ, ਖੁਦ ਅਸੀਂ ਮੰਗਿਆ ਹੈ। ਹੁਣ ਉਦਾਹਰਨ ਦੇ ਤੌਰ ਤੇ ਦੇਖੋ, ਇਹ ਨਿਯਮ ਅਸਲ ਵਿੱਚ ਕੰਮ ਕਿਵੇਂ ਕਰਦਾ ਹੈ। ਇਹਨਾਂ ਨਿਯਮਾਂ ਨੂੰ ਬਾਹਰ ਵੀ ਦੁਨੀਆ ਸਾਰੀ ਸਮਝਦੀ ਹੈ ਕਿ ਅਸਲ ਵਿੱਚ ਹੈ ਕੀ। ਬਾਹਰਲੇ ਦੇਸ਼ਾਂ ਵਿੱਚ ਵੀ ਇਹਨੂੰ ਅਲੱਗ ਤਰੀਕੇ ਨਾਲ ਕੀਤਾ ਜਾਂਦਾ ਹੈ। ਸਾਨੂੰ ਬਾਣੀ ਵਿੱਚ ਗੁਰੂ ਸਾਹਿਬ ਪਹਿਲਾਂ ਸਾਰਾ ਕੁਝ ਸਮਝਾ ਗਏ ਨੇ। ਦੁੱਖ ਅਤੇ ਸੁੱਖ ਕੁਦਰਤ ਸਾਨੂੰ ਆਪਣੀ ਮਰਜ਼ੀ ਨਾਲ ਨਹੀਂ ਦਿੰਦੀ, ਇਹ ਸਾਡੇ ਮੰਗੇ ਹੋਏ ਸਾਨੂੰ ਮਿਲਦੇ ਨੇ। ਹੁਣ ਬਾਣੀ ਵਿੱਚ ਆਉਂਦਾ ਹੈ ਕਿ ਦੁੱਖ ਸੁੱਖ ਦੋਏ ਕਰ ਕੱਪੜੇ ਪਹਿਰੇ ਜਾਏ ਮਨੁੱਖ। ਗੁਰੂ ਸਾਹਿਬ ਨੇ ਕਿਹਾ ਹੈ ਕਿ ਦੁੱਖ ਅਤੇ ਸੁੱਖ ਕੱਪੜਿਆਂ ਵਾਂਗ ਮਨੁੱਖ ਪਹਿਨਦਾ ਹੈ। ਹੁਣ ਕੱਪੜੇ ਅਸੀਂ ਕਿਵੇਂ ਪਹਿਨਦੇ ਹਾਂ? ਕਿਸੇ ਦੀ ਮਰਜ਼ੀ ਨਾਲ। ਅਸੀਂ ਆਪਣੀ ਮਰਜ਼ੀ ਨਾਲ ਪਹਿਨਦੇ ਹਾਂ। ਅਸੀਂ ਭਾਰੇ ਕੱਪੜੇ ਪਹਿਨੀਏ, ਪਤਲੇ ਪਾਈਏ, ਖੱਦਰ ਪਾਈਏ, ਪਲਿਸਟਰ ਪਾਈਏ, ਇਹ ਸਾਡੀ ਮਰਜ਼ੀ ਹੈ। ਅਸੀਂ ਜਿਵੇਂ ਆਪਣੀ ਮਰਜ਼ੀ ਨਾਲ ਇਹ ਕੱਪੜੇ ਪਹਿਨਦੇ ਹਾਂ, ਤਾਂ ਹੀ ਇਹਦੇ ਵਿੱਚ ਕੱਪੜਿਆਂ ਨੂੰ ਦੁੱਖਾਂ ਨਾਲ ਤਸਵੀਰ ਦਿੱਤੀ ਗਈ ਹੈ ਕਿ ਦੁੱਖ ਸੁੱਖ ਜਿਹੜੇ ਨੇ ਉਹ ਅਸੀਂ ਆਪਣੀ ਮਰਜ਼ੀ ਨਾਲ ਇਕੱਠੇ ਕਰਦੇ ਹਾਂ। ਹੁਣ ਕਈ ਬੰਦਿਆਂ ਨੂੰ ਆਪਾਂ ਦੇਖਦੇ ਹਾਂ ਕਿ ਉਹਨਾਂ ਦੇ ਕੋਲੇ ਜਾਓ ਤਾਂ ਉਹ ਕੀ ਕਰਦੇ ਨੇ, ਉਹਨਾਂ ਨਾਲ ਗੱਲ ਕਰੋ, ਉਹ ਆਪਣੀਆਂ ਬਿਮਾਰੀਆਂ ਗਣਨ ਲੱਗ ਜਾਣਗੇ। ਮੇਰੇ ਤੇਜ਼ਾਬ ਬਣੀ ਜਾਂਦਾ, ਮੇਰੇ ਗੈਸ ਬਣੀ ਜਾਂਦੀ ਹੈ, ਮੈਨੂੰ ਆਹ ਹੁੰਦਾ, ਮੈਨੂੰ ਉਹ ਹੁੰਦਾ। ਇੱਥੋਂ ਤੱਕ ਕਿ ਜਿਹੜਾ 10,000 ਕਿਲੋਮੀਟਰ ਤੋਂ ਦੂਰੋਂ ਕਿਤੋਂ ਇੰਗਲੈਂਡ ਕੈਨੇਡਾ ਚੋਂ ਵੀ ਫੋਨ ਆਉਂਦਾ, ਉਹਦੇ 'ਤੇ ਵੀ ਉਹ ਗੱਲਾਂ ਇਹੀ ਕਰਨਗੇ ਕਿ ਮੇਰੇ ਤੇਜ਼ਾਬ ਬਣਦਾ, ਮੇਰੇ ਢਿੱਡ ਵਿੱਚ ਦਰਦ ਹੁੰਦਾ, ਜਦੋਂ ਕਿ ਉਸ ਬੰਦੇ ਨੇ ਉਹਨਾਂ ਦਾ ਕੁਝ ਨਹੀਂ ਕਰ ਦੇਣਾ ਹੁੰਦਾ। ਲੇਕਿਨ ਉਹ ਧਿਆਨ ਉੱਥੇ ਉਹਨਾਂ ਦਾ ਰਹਿੰਦਾ ਹੈ। ਤਾਂ ਕੁਦਰਤ ਕੀ ਸੋਚਦੀ ਹੈ, ਕੀ ਦੇਖਦੀ ਹੈ ਕਿ ਇਸ ਬੰਦੇ ਨੂੰ ਦੁੱਖ ਹੀ ਪਸੰਦ ਨੇ, ਇਸ ਬੰਦੇ ਨੂੰ ਬਿਮਾਰੀਆਂ ਪਸੰਦ ਨੇ। ਹਰ ਵੇਲੇ ਜ਼ਿਕਰ ਬਿਮਾਰੀਆਂ ਦਾ ਹੀ ਕਰਦਾ। ਜਿਹੜੀ ਚੀਜ਼ ਚਾਹੀਦੀ ਹੈ ਉਹੀ ਦਿਓ, ਉਹੀ ਇਹਨੂੰ ਦੇ ਦਿਓ। ਇਸੇ ਕਰਕੇ ਬਾਣੀ ਦੇ ਵਿੱਚ ਦੂਜਿਆਂ ਬਾਰੇ ਬੁਰਾ ਮੰਗਣ ਵਾਲੇ ਨੂੰ ਵੀ ਇਹੀ ਸਮਝਾਇਆ ਗਿਆ ਹੈ ਕਿ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਕਹਿੰਦੇ ਤੂੰ ਦੂਜਿਆਂ ਦਾ ਬੁਰਾ ਕਰਨਾ ਤਾਂ ਦੂਰ ਦੀ ਗੱਲ ਹੈ, ਤੂੰ ਚਿੱਤ ਵਿੱਚ ਵੀ ਨਾ ਉਹਨੂੰ ਰੱਖ। ਜੇ ਤੂੰ ਉਹਦੇ ਬਾਰੇ ਵਿਚਾਰ ਵੀ ਕਰੇਂਗਾ ਤਾਂ ਵੀ ਤੇਰਾ ਭਲਾ ਨਹੀਂ ਹੋਣਾ। ਜੇ ਤੂੰ ਆਪਣਾ ਸੁੱਖ ਚਾਹੁੰਦਾ ਹੈ, ਆਪਣੇ ਲਈ ਸੁੱਖ ਚਾਹੁੰਦਾ, ਦੁੱਖ ਨਹੀਂ ਚਾਹੁੰਦਾ, ਤਾਂ ਤੂੰ ਦੂਜਿਆਂ ਬਾਰੇ ਬੁਰਾ ਨਾ ਸੋਚ ਵੀ ਨਾ, ਤੇ ਫਿਰ ਤੈਨੂੰ ਵੀ ਕੋਈ ਦੁੱਖ ਨਹੀਂ ਹੋਵੇਗਾ। ਹੁਣ ਕਈ ਬੰਦੇ ਨੇ ਉਹ ਸੋਚਦੇ ਨੇ ਦੂਜੇ ਦਾ, ਮੇਰੇ ਗੁਆਂਢੀਆਂ ਦਾ, ਮੇਰੇ ਭਰਾਵਾਂ ਨਾਲ ਵੀ ਬੜੀ ਈਰਖਾ ਚੱਲਦੀ ਹੈ ਅੱਜ ਕੱਲ੍ਹ। ਉਹਦਾ ਨੁਕਸਾਨ ਹੋ ਜਾਵੇ, ਉਹ ਦੁਖੀ ਹੋਵੇ, ਉਹ ਮੇਰੇ ਤੋਂ ਥੱਲੇ ਰਹੇ, ਉਹ ਗਰੀਬ ਰਹੇ, ਉਹ ਰੋਂਦਾ ਕਰਲਾਉਂਦਾ ਰਹੇ। ਤਾਂ ਕੁਦਰਤ ਵਿੱਚ ਇਹਦਾ ਸੁਨੇਹਾ ਕੀ ਜਾਂਦਾ? ਇਹਦਾ ਸੁਨੇਹਾ ਜਾਂਦਾ ਕਿ ਇਸ ਬੰਦੇ ਨੂੰ ਨੁਕਸਾਨ ਪਸੰਦ ਨੇ, ਇਸ ਬੰਦੇ ਨੂੰ ਦੁੱਖ ਪਸੰਦ ਨੇ, ਇਸ ਬੰਦੇ ਨੂੰ ਰੋਣਾ ਕਰਲਾਉਣਾ, ਦੁਖੀ ਹੋਣਾ ਪਸੰਦ ਹੈ। ਤੇ ਇਹੀ ਇਹ ਲੋਕਾਂ ਨੂੰ ਵੰਡਣਾ ਚਾਹੁੰਦਾ, ਦੇਣਾ ਚਾਹੁੰਦਾ, ਦੁਖੀ ਕਰਨਾ ਚਾਹੁੰਦਾ। ਤੇ ਜਿਹੜੀ ਚੀਜ਼ ਇਹ ਵੰਡਣੀ ਚਾਹੁੰਦਾ ਇਹਨੂੰ ਉਹੀ ਦਿਓ। ਕੁਦਰਤ ਦੇ ਵਿੱਚ ਉਹ ਜਿੰਨ ਦੇ ਰੂਪ ਵਿੱਚ ਉਹ ਸੁਨੇਹਾ ਉਹਦੇ ਕੋਲੇ ਪਹਿਲਾਂ ਹੀ ਜਾਂਦਾ, ਕਿਉਂਕਿ ਉਹ ਤਾਂ ਤੁਹਾਡੇ ਨਾਲ ਹੈ, ਉਹ ਕਿਤੇ ਬਾਹਰ ਨਹੀਂ, ਤੁਹਾਡੇ ਕੋਲੇ ਹੈ। ਉਹਨੇ ਉਹੀ ਸੁਨੇਹਾ ਦੇ ਕੇ ਉਹੀ ਚੀਜ਼ ਤੁਹਾਨੂੰ ਦੇਣੀ ਹੈ। ਕੁਦਰਤ ਦੇ ਭੰਡਾਰਿਆਂ ਵਿੱਚ ਸਭ ਕੁਝ ਹੈਗਾ। ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ। ਕੁਦਰਤ ਨੇ ਤਾਂ ਕਹਿੰਦੇ ਸਾਰੇ ਭੰਡਾਰੇ ਇੱਕ ਵਾਰੀ ਭਰਤੇ, ਹੁਣ ਮੰਗਣੇ ਤੁਸੀਂ ਨੇ। ਤੁਸੀਂ ਲੈਣਾ ਕਿ ਕਿਵੇਂ ਲੈਣੇ ਨੇ, ਕਿਹੜੀ ਚੀਜ਼ ਲੈਣੀ ਹੈ। ਹੁਣ ਆਪਾਂ ਦੇਖਦੇ ਹਾਂ ਹੰਸ ਵੀ ਪਾਣੀ ਵਿੱਚ ਰਹਿੰਦਾ ਹੈ, ਬਗਲਾ ਵੀ ਪਾਣੀ ਵਿੱਚ ਰਹਿੰਦਾ ਹੈ, ਦੋਨਾਂ ਦੇ ਰੰਗ ਵੀ ਚਿੱਟੇ ਨੇ, ਬੜਾ ਮੇਲ ਹੈ ਆਪਸ ਵਿੱਚ ਦਿਖਦਾ, ਇੱਕ ਦੂਜੇ ਨਾਲ ਮਿਲਦੇ ਜੁਲਦੇ ਨੇ। ਪਰ ਬਗਲਾ ਡੱਡੀਆਂ ਚੁਗਦਾ ਹੈ ਅਤੇ ਹੰਸ ਮੋਤੀ ਚੁਗ ਲੈਂਦਾ ਉੱਥੋਂ ਹੀ। ਮੰਗ ਆਪੋ ਆਪਣੀ ਹੈ, ਸੁਵਿਧਾ ਸਾਰੀ ਉਹਨਾਂ ਕੋਲੇ, ਉਹ ਵੀ ਪਾਣੀ ਵਿੱਚ ਖੜਾ, ਉਹ ਵੀ ਪਾਣੀ ਵਿੱਚ ਖੜਾ, ਤੇ ਮੰਗ ਆਪਣੀ ਹੈ। ਜੋ ਤੁਸੀਂ ਮੰਗਿਆ ਉਹ ਤੁਹਾਨੂੰ ਮਿਲ ਗਿਆ। ਇਸ ਕਰਕੇ ਕਿਸੇ ਦਾ ਬੁਰਾ ਜਦੋਂ ਅਸੀਂ ਤੱਕਦੇ ਹਾਂ ਤਾਂ ਸਾਡੇ ਨਾਲ ਉਹੀ ਚੀਜ਼ ਸਾਡੇ ਕੋਲੇ ਆਉਂਦੀ ਹੈ, ਕਿਉਂਕਿ ਕੁਦਰਤ ਕੋਲੇ ਸੰਦੇਸ਼ਾ ਇਹ ਜਾਂਦਾ ਹੈ ਕਿ ਇਸ ਬੰਦੇ ਨੂੰ ਦੁੱਖ ਪਸੰਦ ਨੇ, ਇਸ ਬੰਦੇ ਨੂੰ ਤਕਲੀਫਾਂ ਪਸੰਦ ਨੇ। ਉਹੀ ਭੰਡਾਰੇ ਸਾਡੇ ਕੋਲ ਫਿਰ ਦਿੱਤੇ ਜਾਂਦੇ ਨੇ, ਖੁਸ਼ੀਆਂ ਆਉਂਦੀਆਂ ਨੇ, ਸੁੱਖ ਆਉਂਦੇ ਨੇ। ਤਾਂ ਸੋਚੋ ਕਿ ਅਸੀਂ ਕੀ ਕੀਤਾ ਸੀ, ਕਿਸ ਤਰ੍ਹਾਂ ਦੇ ਸਾਡੇ ਵਿਚਾਰ ਸੀ, ਉਹਨਾਂ ਦਾ ਹੀ ਉਹ ਨਤੀਜਾ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਦੁੱਖ ਆਉਂਦੇ ਨੇ ਤਾਂ ਉਹ ਵੀ ਸਾਡੇ ਵਿਚਾਰਾਂ ਦਾ ਹੀ ਨਤੀਜਾ ਹੁੰਦਾ ਹੈ ਕਿ ਅਸੀਂ ਕੀ ਸੋਚਿਆ ਸੀ। ਦੁੱਖ ਅਤੇ ਸੁੱਖ ਸਾਡੇ ਹੀ ਮੰਗੇ ਹੋਏ ਆਉਂਦੇ ਨੇ। ਕਈ ਕਹਿੰਦੇ ਨੇ ਅਸੀਂ ਕਿਹੜਾ ਅਰਦਾਸ ਕੀਤੀ ਸੀ ਦੁੱਖਾਂ ਦੀ, ਇਹ ਕਿਵੇਂ ਆ ਗਏ? ਪਰਮਾਤਮਾ ਪਤਾ ਨਹੀਂ ਸਾਡੇ ਪਿੱਛੇ ਕਿਉਂ ਪਿਆ, ਸਾਨੂੰ ਦੁੱਖੇ ਦੁੱਖ ਮਿਲਦੇ ਨੇ। ਨਹੀਂ,
ਦੁੱਖ ਪਰਮਾਤਮਾ ਨਹੀਂ ਤੁਹਾਨੂੰ ਦਿੰਦਾ, ਦੁੱਖ ਕੁਦਰਤ ਨਹੀਂ ਦਿੰਦੀ, ਤੁਹਾਡੇ ਮੰਗੇ ਹੋਏ ਨੇ। ਇਹ ਕੁਦਰਤ ਦਾ ਇੱਕ ਨਿਯਮ ਹੈ ਕਿ ਜਿਹੜੇ ਤੁਸੀਂ ਵਿਚਾਰ ਰੱਖੋਗੇ ਉਸ ਤਰ੍ਹਾਂ ਦੀ ਤੁਹਾਡੀ ਜ਼ਿੰਦਗੀ ਬਣਦੀ ਚਲੀ ਜਾਵੇਗੀ। ਤੁਹਾਡੇ ਵਿਚਾਰਾਂ ਨਾਲ ਹੀ ਤੁਸੀਂ ਅੱਜ ਜੋ ਹੋ, ਉਹ ਤੁਹਾਡੇ ਵਿਚਾਰਾਂ ਦਾ ਹੀ ਇੱਕ ਸਾਕਾਰ ਰੂਪ ਹੈ। ਇਸ ਕਰਕੇ ਇਹ ਚੀਜ਼ ਦਾ ਧਿਆਨ ਰੱਖਣਾ ਕਿ ਅਸੀਂ ਜੋ ਵੀ ਕੰਮ ਕਰਨੇ ਨੇ, ਨੇਕ ਕਰਨੇ ਨੇ, ਦੂਜਿਆਂ ਦੀ ਭਲਾਈ ਦੇ ਲਈ ਕਰਨੇ ਨੇ, ਕੁਦਰਤ ਨੂੰ ਸਮਝਣਾ ਹੈ। ਤੇ ਇਹਦੇ ਵਿੱਚੋਂ ਸਾਨੂੰ ਕਹਾਣੀ ਵਿੱਚੋਂ ਇਹ ਵੀ ਸਮਝ ਲੱਗਦੀ ਹੈ ਕਿ ਇਹ ਜਿਹੜੀ ਕੁਦਰਤ ਹੈ ਇਹ ਸਾਡੇ ਲਈ ਹੈ। ਇਹਦੇ ਵਿੱਚ ਜਿੰਨੇ ਭੰਡਾਰ ਨੇ ਇਹ ਸਾਡੇ ਲਈ ਨੇ। ਹੁਣ ਇਹਨੂੰ ਚੁਗਣਾ ਹੈ, ਅਸੀਂ ਕਿਹੜੀ ਚੀਜ਼ ਇਹਦੇ ਵਿੱਚੋਂ ਲੈਣੀ ਹੈ, ਉਹਦੇ ਲਈ ਚਿਰਾਗ ਜਲਾਉਣਾ ਪਊਗਾ, ਚਿਰਾਗ ਨੂੰ ਸਾਫ਼ ਕਰਨਾ ਪਊਗਾ, ਚਿਰਾਗ ਦੀ ਵਰਤੋਂ ਕਰਨੀ ਪਵੇਗੀ। ਤੇ ਜਦੋਂ ਚਿਰਾਗ ਦੀ ਵਰਤੋਂ ਕਰਾਂਗੇ ਫਿਰ ਸਾਨੂੰ ਇਹ ਸਾਰੇ ਭੰਡਾਰੇ ਸਾਡੀਆਂ ਝੋਲੀਆਂ ਵਿੱਚ ਪੈਣਗੇ, ਜਿਹੜਾ ਅਸੀਂ ਮੰਗਾਂਗੇ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਤੁਸੀਂ ਮਾਲਕ ਹੋ, ਕੁਦਰਤ ਤੁਹਾਡੀ ਸੇਵਾ ਦੇ ਲਈ ਹੈ। ਪਰ ਫਰਕ ਸਿਰਫ ਇੰਨਾ ਜ਼ਰੂਰਤ ਸਿਰਫ ਇਸ ਗੱਲ ਦੀ ਹੈ ਕਿ ਤੁਸੀਂ ਚਿਰਾਗ ਦੀ ਵਰਤੋਂ ਕਰਨੀ ਹੈ। ਚਿਰਾਗ ਦੀ ਵਰਤੋਂ ਕਰੋਗੇ ਤਾਂ ਸਾਰਾ ਕੁਝ ਤੁਹਾਡੇ ਸਾਹਮਣੇ ਸਪਸ਼ਟ ਹੋ ਜਾਏਗਾ। ਚਿਰਾਗ ਤੋਂ ਭਾਵ ਹੈ ਆਪਣੀ ਸਮਝ ਦੀ, ਗਿਆਨ ਦੀ। ਕੁਦਰਤ ਦੇ ਜਿਹੜੇ ਨਿਯਮ ਨੇ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ। ਉਹਨਾਂ ਨੂੰ ਸਮਝਾਂਗੇ, ਸਮਝ ਕੇ ਅਸੀਂ ਸਭਨਾਂ ਦਾ ਭਲਾ ਮੰਗੀਏ, ਸਭਨਾਂ ਦੇ ਬਾਰੇ ਚੰਗਾ ਸੋਚੀਏ। ਇਸੇ ਕਰਕੇ ਗੁਰਬਾਣੀ ਵਿੱਚ ਵਾਰ-ਵਾਰ ਸਾਨੂੰ ਇਹ ਸੇਧਾਂ ਮਿਲ ਰਹੀਆਂ ਨੇ, ਪਰ ਫਰਕ ਇੰਨਾ ਹੀ ਹੈ ਕਿ ਅਸੀਂ ਉਹਨੂੰ ਪੜ੍ਹਦੇ ਹੀ ਨਹੀਂ। ਗੁਰੂ ਸਾਹਿਬ ਨੇ ਸਾਨੂੰ ਅਰਦਾਸ ਦੇ ਵਿੱਚ ਇਸੇ ਲਈ ਇਹ ਦਿੱਤਾ ਸੀ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗਦੇ ਹਾਂ ਤਾਂ ਸਾਰਿਆਂ ਦਾ ਭਲਾ ਤਾਂ ਹੁੰਦਾ ਹੀ ਹੈ, ਨਾਲ ਸਾਡਾ ਵੀ ਭਲਾ ਹੁੰਦਾ ਹੈ। ਕਿਉਂਕਿ ਉਦੋਂ ਵੀ ਇਹ ਸੰਦੇਸ਼ ਜਾਂਦਾ ਹੈ ਕਿ ਇਹ ਇਨਸਾਨ ਜੋ ਹੈ ਭਲਾ ਮੰਗ ਰਿਹਾ ਹੈ ਸਭ ਦਾ, ਇਹਨੂੰ ਭਲਾ ਚੰਗਾ ਹੈ ਤਾਂ ਸਾਡਾ ਵੀ ਭਲਾ ਉਹਦੇ ਵਿੱਚ ਹੋਵੇਗਾ। ਸੋ ਇਹ ਕਹਾਣੀ, ਇਹ ਵਿਚਾਰਾਂ ਤੁਹਾਨੂੰ ਕਿਵੇਂ ਲੱਗੀਆਂ ਕਮੈਂਟ ਜ਼ਰੂਰ ਕਰਕੇ ਦੱਸਣਾ ਜੀ। ਚੰਗਾ ਲੱਗਿਆ ਹੋਵੇ ਤਾਂ ਲਾਈਕ ਕਰਨਾ, ਸਬਸਕ੍ਰਾਈਬ ਕਰਨਾ, ਤਾਂ ਜੋ ਤੁਹਾਨੂੰ ਅਗਲੀ ਵੀਡੀਓ ਵੀ ਤੁਹਾਨੂੰ ਪ੍ਰਾਪਤ ਹੋ ਸਕੇ। ਇਹਦੇ ਬਾਰੇ ਵਿਚਾਰ ਜ਼ਰੂਰ ਸਾਨੂੰ ਦੱਸਣੇ ਨੇ। ਆਪ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।